ਹੁਣ ਉਲਮਾ ਦੇ ਜਿੰਨੇ ਫਿਰਕੇ ਆ ਉਹਨੇ ਅਕੀਦੇ ਕਿਉਂ ਆ ਬਈ ਇਹ ਰਹਿ ਕੁਰਾਨ ਪਾਕ ਤਾਂ ਇੱਕੋ ਹੀ ਆ, ਕਿਉਂਕਿ ਇਹਨਾਂ ਨੂੰ ਕੁਛ ਨਸੀਬ ਨਹੀਂ, ਕੁਛ ਮੁਰਾਤਬ ਤੈਅ ਨਹੀਂ ਹੋਏ, ਕੁਰਬ ਰੂਏ ਰਸੂਲ ਨਸੀਬ ਨਹੀਂ, ਇਸ ਵਾਸਤੇ ਇਹਨਾਂ ਨੂੰ ਕੁਰਾਨ और ਹਦੀਸ ਦੀ ਸਮਝ ਨਹੀਂ ਆਈ। ਕੁਰਾਨ ਕੁਛ ਕਹਿੰਦਾ, ਮੌਲਵੀ ਕੁਛ ਸਮਝਦੇ। ਜਿਸ ਤਰ੍ਹਾਂ ਹੁਣ ਆਪਣੇ ਮੌਲਵੀ ਸਾਹਿਬ ਅੱਜ ਕਿ ਸਜਦਾ ਇੱਕ ਇਨਕਾਰ ਕੀਤਾ, ਸ਼ੈਤਾਨ ਨੇ ਇੱਕ ਸਜਦੇ ਦਾ ਇਨਕਾਰ ਕੀਤਾ, ਤੁਸੀਂ ਇੰਨੀਆਂ ਨਮਾਜ਼ਾਂ ਨਹੀਂ ਪੜ੍ਹਦੇ। ਕਿਆ ਨਮਾਜ਼ਾਂ ਦੇ ਸਜਦੇ ਉਹ ਆ ਜਿਸ ਸਜਦੇ ਦਾ ਸ਼ੈਤਾਨ ਨੇ ਇਨਕਾਰ ਕੀਤਾ? ਭਾਈ ਉਹ ਤਾਂ ਸਜਦਾ ਆਦਮ ਆ, ਆਦਮ ਅਲੈਹਿਸਲਾਮ ਨੂੰ ਸਜਦਾ ਕਰਨਾ ਸੀ, ਨਾ ਕਿ ਅੱਲਾ ਨੂੰ ਕਰਨਾ ਸੀ। ਇਹ ਨਮਾਜ਼ਾਂ ਦੇ ਸਜਦੇ ਅੱਲਾ ਨੂੰ ਸਜਦੇ ਕਰਨੇ। ਹੁਣ ਕਾਹਿਨਾਂ ਦਾ ਇਲਮ ਤੇ ਨਬੀ ਦਾ ਇਲਮ ਜਾਂ ਵਲੀ ਦਾ ਇਲਮ ਇਹ ਬਰਾਬਰ ਨਹੀਂ ਹੈਗੇ। ਜਦਕਿ ਕਾਹਿਨਾਂ ਨੇ ਤਾਂ ਖੁਦ ਤਸਲੀਮ ਕਰ ਲਿਆ ਉਸ ਵੇਲੇ ਮੂਸਾ ਅਲੈਹਿਸਲਾਮ ਨੂੰ ਕਿ ਭਾਈ ਇਹ ਅੱਲਾ ਦੀ ਤਾਕਤ ਹੈ, ਇਹ ਅੱਲਾ ਦਾ ਇਲਮ ਹੈ। ਹਾਲਾਂਕਿ ਕੰਮ ਉਹੀ ਆ ਜਿਹੜਾ ਮੌਲਵੀ ਜੇ ਤੋਂ ਦੇਖ ਕੇ ਨਬੀ ਨੂੰ ਤੇ ਕਾਹਿਨਾਂ ਨੂੰ ਬਰਾਬਰ ਕਰ ਰਹੇ ਆ। ਸਾਡੇ ਮਾਸ਼ਾਅੱਲਾ ਉਲਮਾ ਕਰਾਮ ਕਿ ਨਬੀ ਜਾਣਦਾ ਸੀ ਇਹਦੇ 'ਚ ਕੀ ਕਮਾਲ ਹੈ, ਤੇ ਕਾਹਿਨ ਵੀ ਜਾਣਦੇ ਸੀ। ਜਦਕਿ ਕਾਹਿਨ ਤਸਲੀਮ ਕਰਨ ਡਿਆ ਕਿ ਇਹ ਅੱਲਾ ਦੀ ਤਾਕਤ ਹੈ, ਇਹ ਅੱਲਾ ਦਾ ਇਲਮ ਹੈ, ਸਾਡਾ ਇਲਮ ਨਹੀਂ। ਔਰ ਉਹਨਾਂ ਨੇ ਮੂਸਾ ਅਲੈਹਿਸਲਾਮ ਦਾ ਕਲਮਾ ਪੜ੍ਹ ਲਿਆ, ਤਸਲੀਮ ਕਰ ਲਿਆ ਕਿ ਵਾਕਈ ਅੱਲਾ ਦੇ ਨਬੀ ਆ, ਇਹ ਅੱਲਾ ਦੀ ਤਾਕਤ ਆ। ਹੁਣ ਉਹ ਕਾਫਰ ਸੀ ਉਸ ਵੇਲੇ, ਕਾਫਰ ਤਸਲੀਮ ਕਰ ਰਹੇ ਆ ਕਿ ਇਹ ਅੱਲਾ ਦਾ ਇਲਮ ਹੈ, ਨਬੀ ਦਾ ਇਲਮ ਸਾਡੇ ਵਾਲਾ ਇਲਮ ਨਹੀਂ, ਸਾਡੇ ਤੋਂ ਬਹੁਤ ਬਿਹਤਰ ਆ ਔਰ ਇਹ ਅੱਛਾ ਆ। ਉਹਨਾਂ ਨੇ ਦੀਨ ਕਬੂਲ ਕਰ ਲਿਆ। ਜਦਕਿ ਦੀਨ ਕਬੂਲ ਕੀਤੇ ਹੋਏ ਮੌਲਵੀ ਕਹਿੰਦੇ ਆ ਕਿ ਨਬੀ ਦੇ ਇਲਮ 'ਚ ਤੇ ਕਾਹਨ ਦੇ ਇਲਮ 'ਚ ਫਰਕ ਹੀ ਕੋਈ ਨਹੀਂ, ਬੇਈਮਾਨਗੀ ਹੈ। ਇਹ ਚੂँਕਿ ਅੰਦਰ ਈਮਾਨ ਨਹੀਂ ਹੈਗਾ, ਇਸ ਵਾਸਤੇ ਈਮਾਨ ਦੀ ਗੱਲ ਸਮਝ ਨਹੀਂ ਆਉਂਦੀ। ਅਗਰ ਅੰਦਰ ਈਮਾਨ ਹੋਵੇ ਤੇ ਫਿਰ ਇਹਨਾਂ ਨੂੰ ਈਮਾਨ ਦੀ ਗੱਲ, ਕੁਰਾਨ और ਹਦੀਸ ਦੀ ਗੱਲ ਸਮਝ ਆਵੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਆ ਉਮਤ ਦਾ ਜਿਹੜਾ ਆਖਰੀ ਦੌਰ ਆ ਨਾ, ਇਹਦੇ ਬਾਰੇ ਬਹੁਤ ਬਸ਼ਾਰਤਾਂ ਫਰਮਾਈਆਂ। ਸਾਹਬਾ ਨੇ ਅਰਜ਼ ਕੀਤਾ ਕਿ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਹਦੀਸ ਦੇ ਉੱਤੋਂ ਪੜ੍ਹ ਕੇ ਸੁਣਾਈ। ਕਈ ਮਖਲੂਕ ਹੁੰਦੀ ਹੈ ਨਾ, ਕਹਿੰਦੇ ਉੱਤੋਂ ਪੜ੍ਹ ਕੇ ਸੁਣਾਈ। ਆ ਮੁਸ਼ਕਲ ਅਸਲੀ ਪਕੜੀ ਉਮਤ ਦੀ ਸ਼ਾਨ ਦੇ ਬਾਰੇ 'ਚ, ਆਖਰੀ ਜ਼ਮਾਨੇ ਦੀ ਉਮਤ ਦੇ ਬਾਰੇ 'ਚ। ਹੁਣ ਇਹਨੂੰ ਵੀ ਸਮਝਣ ਨਾਲ ਤਲਕ ਹੈ। ਜਿਹਨੂੰ ਅੱਲਾ ਰਸੂਲ ਸਮਝ ਅਤਾ ਕਰਨਗੇ, ਜਿਹਨੂੰ ਕੁਰਬਰੂਏ ਰਸੂਲ ਹੋਊਗਾ ਨਾ, ਉਹਨੂੰ ਤਾਂ ਬਈ ਹਦੀਸ ਦੀ ਸਮਝ ਆਊਗੀ, ਵਰਨਾ ਸਮਝ ਨਹੀਂ ਆਉਂਦੀ। ਇਹੀ ਹਦੀਸਾਂ ਮੌਲਵੀ ਪੜ੍ਹਦੇ, ਕੁਛ ਹੋਰ ਦਾ ਹੋਰ ਸਮਝਦੇ। ਹੁਣ ਇਹ ਸਰਕਾਰ ਫਰਮਾਉਂਦੇ ਆ हज़रत अली अलैहिस्सलाम तो रवायत है, रसूल अल्लाह सल्लल्लाहु अलैहि वसल्लम ने मुझको, ज़ुबैर रज़ी अल्लाह अन्हु और मक़दाद रज़ी अल्लाह अन्हु को, एक रवायत में मक़दाद की जगह अबू मुरसद का नाम, फरमाया जाओ हत्ता कि तुम रोज़ाए खाख पहुँच जाओ, वहाँ एक ऊँट के कचावे में सवार औरत है, उसके पास एक ख़त है, उससे वो ख़त ले लो। सरकार ਨੂੰ ਇਲਮ ਹੋ ਗਿਆ ਔਰਤ ਕਿੱਥੇ ਦੂਰ ਮਕਾਮ ਆ, ਉੱਥੇ ਪਹੁੰਚੀ ਹੋਈ ਆ। ਇਹ ਵੀ ਫਰਮਾਇਆ ਊਂਟ ਦੇ ਕਚਾਵੇ 'ਚ ਬੈਠੀ ਹੈ। ਫਿਰ ਇਹ ਫਰਮਾਇਆ ਉਹਦੇ ਕੋਲ ਇੱਕ ਖ਼ਤ ਆ, ਉਹ ਲੈ ਕੇ ਆਓ। हम अपने घोड़े दौड़ाते हुए चले, यहाँ तक हम खाक पहुँच गए। वहाँ वो औरत हमें मिली। हमने कहा तुम्हारे पास जो ख़त है वो हमें दे दे। वो कहने लगी मेरे पास कोई ख़त नहीं। हमने कहा हुण अगर वो कहती मेरे को कोई ख़त नहीं तो दूसरी तरह का बंदा होंदा, उन्हें कहना ठीक है जी हुण इहदे कोल तां है ही नहीं, शायद ये वो औरत नहीं। लेकिन साहबा ने की क्या, हमने कहा तुझे ज़रूर ख़त निकालना होगा। अल्लाह के नबी ने क्या, तू ही असीं तेनू पहचान लिया, तू ही ऊँट दे कचावे च बैठी हुई, तो ख़त तेनू निकालना होगा,
یا تجھے اپنے کپڑے اتار کر تلاشی دینا ہوگی، نہیں تو بس تیرے سارے کپڑے لا کے تلاشی لاؤں گی، نہیں تو خط دے دے۔ اس نے اپنی چوٹی سے وہ خط نکال کر ہمیں دیا، ہم وہ خط لے کر نبی صلی اللہ علیہ وسلم کے پاس آئے۔ اس میں لکھا ہوا تھا، یہ خط حاطب بن ابی مطبع کی طرف سے مکہ کے مشرکوں کی طرف ہے۔ ایک صحابی سی انہیں وہ مکے دے مشرکاں نوں وہ خط لکھیا سی، اس میں اس نے رسول اللہ صلی اللہ علیہ وآلہ وسلم کے بعض کاموں کی خبر دی تھی، یعنی انہیں مخبری کی تھی، جاسوسی کی تھی کہ سرکار دا پروگرام ہے، سرکار دا پروگرام ہے۔ انہوں نے مشرکاں نوں آگاہ کیتا بھی اپنا انتظام کر لو، تھوڑا ٹائم پورا ہو گیا ہوں۔ یہ فتح مکہ تو پہلے لکھیا کہ سرکار ارادہ رکھ دی۔ رسول اللہ صلی اللہ علیہ وسلم نے فرمایا، اے حاتب یہ کیا ہے؟ اس نے کہا، اے اللہ کے رسول جلدی نہ کریں، میں ایسا شخص تھا جو قریش کے ساتھ چمٹایا گیا تھا، میرا تعلق ان کے ساتھ ذاتی نہیں تھا، آپ کے ساتھ جو مہاجرین ہیں ان کے ساتھ قرابت ہے، جس کی وجہ سے وہ اپنے اموال اور مکہ میں گھر والوں کی حفاظت کر لیتے ہیں۔ میں نے چاہا اگر نسبی قرابت مفقود ہے میں ان پر کوئی احسان کر دوں جس کی وجہ سے وہ میرے رشتہ داروں کی حفاظت کریں گے، کہ میرا ہور تو انہوں نے رشتہ کوئی نہیں، میں انہوں نے احسان کرن لگا سی کہ تمہیں دیکھو میں خبراں دسیاں، اس احسان دی وجہ تو میرے رشتہ داراں دی کچھ حفاظت کرن گے، ورنہ وہ لڑدے مردے سی نا، مسلمانوں نوں ماردے سی، یا جہدے رشتہ دار ادھر سی انہوں نے بھی وہ کیڑ رکھدے سی۔ میں نے یہ کام کفر اور ارتداد کی وجہ سے نہیں کیا، اور نہ ہی اسلام لانے کے بعد میں کفر پر راضی ہوا ہوں۔ رسول اللہ صلی اللہ علیہ وسلم نے فرمایا، اس نے سچی بات کہہ دی ہے، نہیں پاک نے فرمایا، نے سچی گل کہہ دی تھی، انہوں کچھ نہیں کہنا۔ حضرت عمر رضی اللہ عنہ کہنے لگے، اے اللہ کے رسول صلی اللہ علیہ وآلہ وسلم مجھ کو اجازت دیں میں اس منافق کی گردن اتار دوں، یہ تو جاسوس ہے، انہیں سارا پروگرام اتنے دس دیتا، وہ انتظام کرن گے، ہوشیار ہو جان گے، تسی مینوں اجازت دیو۔ نال منافق بھی فرمایا کہ اس منافق دی میں گردن اتار دوں۔ رسول اللہ صلی اللہ علیہ وآلہ وسلم نے فرمایا، یہ بدر میں شامل ہو چکا ہے، غزوہ بدر چ یہ شخص شامل ہو چکا، اور تجھے اس بات کی حقیقت معلوم نہیں، اللہ تعالیٰ اہل بدر پر جھانکا ہے۔ ہن ترجمہ کرنے والے مولوی صاحب نے یہ شاید لکھا ہے، جبکہ پیچھے حدیث دے جو لفظ ہے انہوں نے شاید دا لفظ کیتے بھی ہے، انہوں نے لکھا کہ شاید اللہ تعالیٰ اہل بدر پر جھانکا ہے، نہیں پاک فرما رہے، شاید نہیں ہے گیت، آپ نے فرمایا کہ اللہ تعالیٰ اہل بدر پر جھانکا ہے اور کہہ دیا ہے، اللہ تعالیٰ نے فرما دیتا ہے کہ جو چاہو تم کرو۔ اہل بدر نو کی کہہ دیتا ہے کہ جو چاہو تم کرو، میں نے تم پر جنت واجب کر دی ہے۔ اللہ تعالیٰ نے تو ہن انہاں تے اہل بدر تے جنت واجب کر دیتی، نال یہ بھی فرمایا تسی جو مرضی کرو، جو چاہو کرو، میں نے تم پر جنت واجب کر دی ہے۔ میں نے تم کو بخش دیا ہے۔ اللہ تعالیٰ نے یہ آیت نازل فرمائی، قابل غور اگلا مصرع ہے، اللہ تعالیٰ نے یہ آیت نازل فرمائی، نبی پاک صلی اللہ علیہ وسلم فرما رہے ہیں، اللہ دا فرمان اللہ دا نبی فرما رہے ہیں، یہ آیت نازل فرمائی، اے لوگو جو ایمان لائے ہو، یا ایھا الذین آمنو، اے ایمان والے لوگو،
یا اے لوگو جو ایمان لائے ہو، میرے اور اپنے دشمنوں کو دوست نہ بناؤ۔